ਧੰਨ ਵਾਹਿਗੁਰੂ ਸਾਹਿਬ ਜੀਓ। ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ। ਕੈ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਕਹਿ ਨਾਨਕ ਇਹ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਪਰਮ ਸਨਮਾਨਯੋਗ ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਨੂੰ ਲਗਾਤਾਰ ਸਮਝਦਿਆਂ ਹੋਇਆਂ 35 ਨੰਬਰ ਪੌੜੀ ਦਾ ਪਾਠ ਆਪਾਂ ਬੜੇ ਪਿਆਰ ਸਹਿਤ ਹੁਣੇ ਸਰਵਣ ਕੀਤਾ ਹੈ। ਆਓ ਇਸ ਪਾਵਨ ਪੌੜੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਨਾਲ ਸਾਂਝ ਪਾਈਏ ਜੀ। ਪਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਦੁਨੀਆ ਦੇ ਉੱਪਰ ਜਦੋਂ ਆਪਾਂ ਵੱਖ-ਵੱਖ ਮਤਾਂ ਨੂੰ ਪੜ੍ਹਨ ਦਾ ਯਤਨ ਕਰਦੇ ਹਾਂ ਤੇ ਹਰ ਇੱਕ ਮਤਾਂਤਰ ਨੇ ਇਸ ਮਨੁੱਖਾ ਜੀਵਨ ਦਾ ਕੁਝ ਪ੍ਰਯੋਜਨ, ਕੁਝ ਮਕਸਦ ਜਿਹੜਾ ਹੈ ਉਹ ਬਿਆਨਿਆ ਹੈ। ਜਿਵੇਂ ਕਿਸੇ ਮਤ ਨੇ ਇਸ ਮਨੁੱਖਾ ਜੀਵਨ ਦਾ ਮਕਸਦ ਕੇਵਲ ਵਹਿਸ਼ਤ ਨੂੰ ਪ੍ਰਾਪਤ ਕਰਨਾ ਤੇ ਵਹਿਸ਼ਤ ਦੇ ਜੋ ਸੁੱਖ ਨੇ ਉਹਨਾਂ ਨੂੰ ਮੰਨਣਾ ਹੀ ਕਿਹਾ ਗਿਆ। ਕਿਸੇ ਨੇ ਇਸ ਗੱਲ ਨੂੰ ਬਹੁਤਾਤ ਰੂਪ ਦੇ ਵਿੱਚ ਪ੍ਰਚਾਰਿਆ ਕਿ ਮਨੁੱਖਾ ਜਨਮ ਜਿਹੜਾ ਹੈ ਉਹ ਇਸ ਕਰਕੇ ਪ੍ਰਾਪਤ ਹੋਇਆ ਹੈ ਕਿ ਇਸ ਜਨਮ ਨੂੰ ਪ੍ਰਾਪਤ ਕਰਕੇ ਅਸੀਂ ਇਹੋ ਜਿਹੇ ਕਰਮ ਕਰ ਸਕੀਏ ਜਿਨ੍ਹਾਂ ਕਰਮਾਂ ਨੂੰ ਕਰਨ ਦੇ ਨਾਲ ਮਰਨ ਤੋਂ ਬਾਅਦ ਸਾਨੂੰ ਸਵਰਗ ਪ੍ਰਾਪਤ ਹੋਵੇ
ਅਸੀਂ ਨਰਕਾਂ ਤੋਂ ਬਚ ਜਾਈਏ, ਸਾਨੂੰ ਸਵਰਗਾਂ ਦੇ ਸੁੱਖ ਜਿਹੜੇ ਨੇ ਉਹ ਮਿਲਣ, ਤੇ ਮਰਨ ਤੋਂ ਬਾਅਦ ਸਾਨੂੰ ਇੱਕ ਐਸੇ ਥਾਂ ਤੇ ਟਿਕਾਣਾ ਮਿਲੇ ਜਿੱਥੇ ਹਰ ਇੱਕ ਪ੍ਰਕਾਰ ਦਾ ਸੁੱਖ ਆਰਾਮ ਜਿਹੜਾ ਹੈ ਉਹ ਪ੍ਰਾਪਤ ਹੋਵੇ। ਕਿਸੇ ਨੇ ਮਨੁੱਖਾ ਜਨਮ ਨੂੰ ਇਸ ਨਜ਼ਰੀਏ ਤੋਂ ਵੇਖਿਆ ਕਿ ਇਹ ਜਨਮ ਜਿਹੜਾ ਹੈ ਉਹ ਤਾਂ ਪ੍ਰਾਪਤ ਹੋਇਆ ਹੈ ਕਿਉਂਕਿ ਮਨੁੱਖ ਵੱਖ-ਵੱਖ ਜੂਨੀਆਂ ਦੇ ਵਿੱਚੋਂ ਭਟਕਦਾ ਹੋਇਆ ਇਸ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਉਹ ਮੁਕਤੀ ਨੂੰ ਪ੍ਰਾਪਤ ਕਰ ਸਕੇ। ਉਹਦੇ ਜੀਵਨ ਦੇ ਵਿੱਚ ਜਿਹੜਾ ਇਹ ਵੱਖ-ਵੱਖ ਜੂਨੀਆਂ ਦੇ ਵਿੱਚ ਭਟਕਣ ਦਾ ਚੱਕਰ ਹੈ, ਇਹ ਚੱਕਰ ਜਿਹੜਾ ਹੈ ਇਹ ਖਤਮ ਹੋ ਸਕੇ। ਬਹੁਤਾਤ ਮਤ ਐਸੇ ਵੀ ਇਸ ਦੁਨੀਆ ਦੇ ਅੰਦਰ ਸਾਨੂੰ ਮਿਲਦੇ ਨੇ ਜਿਨ੍ਹਾਂ ਨੇ ਇਸ ਮਨੁੱਖਾ ਜਨਮ ਦਾ ਮਕਸਦ ਕੇਵਲ ਇਸ ਸੰਸਾਰ ਦੇ ਵਿੱਚ ਆ ਕਰਕੇ ਇਹਨਾਂ ਸੰਸਾਰ ਦੀਆਂ ਰੰਗ ਤਮਾਸ਼ਿਆਂ ਨੂੰ ਮਾਣਨ ਦਾ ਹੀ ਮੰਨਿਆ ਗਿਆ ਹੈ। ਜਿਵੇਂ ਆਪਾਂ ਵਾਮ ਮਾਰਗੀਆਂ ਦਾ ਮਤ ਪੜ੍ਹਦੇ ਹਾਂ, ਹੁਣ ਵਾਮ ਮਾਰਗੀਆਂ ਦਾ ਇਹ ਮਤ ਸੀ ਕਿ ਇਹ ਮਨੁੱਖਾ ਜਨਮ ਦੇ ਵਿੱਚ ਜਿੰਨਾ ਤੁਸੀਂ ਚਾਹੋ ਇਹਨਾਂ ਰੰਗ ਤਮਾਸ਼ਿਆਂ ਨੂੰ ਮਾਣੋ। ਉਹਨਾਂ ਨੇ ਆਪਣੇ ਪੰਥ ਦੇ ਵਾਮ ਮਾਰਗ ਦੇ ਉਹਨਾਂ ਨੇ 5 ਜਿਹੜੇ ਸਨ ਉਹ ਸਿਧਾਂਤ ਦੁਨੀਆ ਦੇ ਸਾਹਮਣੇ ਰੱਖੇ। ਸੋ ਕਹਿਣ ਤੋਂ ਭਾਵ ਹਰ ਇੱਕ ਮਤ ਨੇ, ਹਰ ਇੱਕ ਵਿਚਾਰਧਾਰਾ ਨੇ ਇਸ ਮਨੁੱਖਾ ਜਨਮ ਦੇ ਬਾਰੇ ਵੱਖ-ਵੱਖ ਖਿਆਲਾਤ ਦੁਨੀਆ ਦੇ ਸਾਹਮਣੇ ਪ੍ਰਗਟ ਕੀਤੇ, ਦੁਨੀਆ ਨੂੰ ਦੱਸਣ ਦਾ ਯਤਨ ਕੀਤਾ। ਪਰ ਜਦੋਂ ਆਪਾਂ ਗੁਰਮਤਿ ਨੂੰ ਸਮਝਣ ਦਾ ਯਤਨ ਕਰਦੇ ਹਾਂ, ਗੁਰੂ ਆਸ਼ੇ ਦੇ ਮੁਤਾਬਕ ਇਸ ਮਨੁੱਖਾ ਜਨਮ ਦੇ ਬਾਰੇ ਆਪਾਂ ਵਿਚਾਰ ਕਰਨ ਦਾ ਯਤਨ ਕਰਦੇ ਹਾਂ, ਜਾਂ ਇਹ ਮਨੁੱਖਾ ਜਨਮ ਦੇ ਵਿੱਚ ਜੋ ਸਰੀਰ ਇਸ ਮਨੁੱਖ ਨੂੰ ਪ੍ਰਾਪਤ ਹੋਇਆ ਹੈ, ਇਸ ਦੇ ਮਕਸਦ ਨੂੰ, ਇਸ ਦੇ ਪ੍ਰਯੋਜਨ ਨੂੰ ਆਪਾਂ ਸਮਝਣ ਦਾ ਯਤਨ ਕਰਦੇ ਹਾਂ। ਤੇ ਸਤਿਗੁਰਾਂ ਨੇ ਪਾਵਨ ਬਾਣੀ ਦੇ ਵਿੱਚ ਬਹੁਤਾਤ ਥਾਵਾਂ ਦੇ ਉੱਤੇ ਇਸ ਦੇ ਬਾਬਤ ਸਾਡੇ ਸਾਹਮਣੇ ਬੜੇ ਪਿਆਰੇ ਖਿਆਲਾਤ ਪ੍ਰਗਟ ਕੀਤੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਇਹ ਮਨੁੱਖਾ ਜਨਮ ਨਾ ਤਾਂ ਤੈਨੂੰ ਇਸ ਕਰਕੇ ਪ੍ਰਾਪਤ ਹੋਇਆ ਵੀ ਇਸ ਜਨਮ ਦੇ ਵਿੱਚ ਤੂੰ ਕਿਸੇ ਪ੍ਰਕਾਰ ਦੇ ਕਰਮ ਕਰੇ ਤੇ ਮਰਨ ਤੋਂ ਬਾਅਦ ਤੈਨੂੰ ਜੂਨੀਆਂ ਤੋਂ ਮੁਕਤੀ ਮਿਲੇ, ਕਿਉਂਕਿ ਇਸ ਦੇ ਪਰਥਾਏ ਜਦੋਂ ਆਪਾਂ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ ਤੇ ਬਾਣੀ ਦੇ ਵਿੱਚ ਭਗਤ ਨਾਮਦੇਵ ਜੀ ਨੇ ਬੜੇ ਪਿਆਰੇ ਖਿਆਲਾਤ ਦਿੱਤੇ ਨੇ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਸੋ ਬਾਣੀ ਇਸ ਗੱਲ ਦੀ ਹਾਮੀ ਭਰਦੀ ਹੈ ਕਿ ਮਰਨ ਤੋਂ ਬਾਅਦ ਮੁਕਤੀ ਨਹੀਂ ਚਾਹੀਦੀ ਤੇ ਨਾ ਹੀ ਕਿਸੇ ਜੂਨਾਂ ਦੇ ਵਿੱਚ ਭਟਕਣ ਤੋਂ ਮੁਕਤੀ ਚਾਹੀਦੀ ਹੈ। ਬਾਣੀ ਕਹਿੰਦੀ ਹੈ ਜਿਉਂਦਿਆਂ ਜੀ ਮੁਕਤੀ ਚਾਹੀਦੀ ਹੈ, ਪਰ ਉਹ ਸਰੀਰ ਕਰਕੇ ਜੂਨਾਂ ਦੇ ਵਿੱਚ ਭਟਕਣ ਤੋਂ ਮੁਕਤੀ ਨਹੀਂ ਚਾਹੀਦੀ, ਬਲਕਿ ਜੋ ਮਨ ਵੱਖ-ਵੱਖ ਜੂਨਾਂ ਦੇ ਵਿੱਚ ਪਿਆ ਹੈ, ਇਹ ਅੰਤਰ ਆਤਮਾ ਵੱਖ-ਵੱਖ ਜੂਨਾਂ ਦੇ ਵਿੱਚ ਪਿਆ ਹੋਇਆ ਹੈ, ਮਨ ਕਰਕੇ ਇਹਨਾਂ ਜੂਨੀਆਂ ਤੋਂ ਮੁਕਤੀ ਜਿਹੜੀ ਹੈ ਉਹ ਗੁਰਮਤਿ ਨੇ ਸਾਡੇ ਸਾਹਮਣੇ ਬਿਆਨ ਕੀਤੀ ਹੈ ਵੀ ਇਹੋ ਜਿਹੀ ਮੁਕਤੀ ਚਾਹੀਦੀ ਹੈ। ਸੋ ਮੈਂ ਬੇਨਤੀ ਕਰ ਰਿਹਾ ਸੀ ਵੀ ਗੁਰਮਤਿ ਦੇ ਅਨੁਕੂਲ ਨਾ ਤਾਂ ਇਹ ਮਨੁੱਖਾ ਜਨਮ, ਇਹ ਮਨੁੱਖਾ ਸਰੀਰ ਇਸ ਕਰਕੇ ਪ੍ਰਾਪਤ ਹੋਇਆ ਹੈ ਕਿ ਅਸੀਂ ਇਸ ਮਨੁੱਖਾ ਸਰੀਰ ਦੇ ਨਾਲ ਇਸ ਜਨਮ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਕਰਮ ਕਰੀਏ ਤੇ ਸਾਨੂੰ ਮੁਕਤੀ ਮਿਲੇ, ਨਾ ਇਸ ਕਰਕੇ ਪ੍ਰਾਪਤ ਹੋਇਆ ਹੈ ਵੀ ਇਸ ਸਰੀਰ ਦੇ ਨਾਲ ਮਨੁੱਖਾ ਜਨਮ ਦੇ ਵਿੱਚ ਅਸੀਂ ਇਹੋ ਜਿਹੇ ਕਰਮ ਕਰੀਏ ਜਿਹਦੇ ਕਰਮਾਂ ਦੇ ਨਾਲ ਮਰਨ ਤੋਂ ਬਾਅਦ ਸਾਨੂੰ ਵਹਿਸ਼ਤ ਮਿਲੇ,
ਜਾਂ ਸਵਰਗ ਮਿਲੇ ਜਾਂ ਅਸੀਂ ਨਰਕਾਂ ਤੋਂ ਬਚ ਜਾਈਏ ਜਾਂ ਦੋਜ਼ਖ ਦੀ ਅੱਗ ਤੋਂ ਬਚ ਜਾਈਏ, ਬਲਕਿ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਨੇ ਜਦੋਂ ਇਸ ਵਿਸ਼ੇ ਦੇ ਉੱਤੇ ਗੱਲ ਕੀਤੀ ਤੇ ਸਤਿਗੁਰੂ ਜੀ ਕਹਿੰਦੇ ਨੇ, ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ, ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਆਓ ਫਿਰ ਬਾਣੀ ਦੇ ਅਕੋਰਡਿੰਗ ਸਮਝਣ ਦਾ ਯਤਨ ਕਰੀਏ ਵੀ ਜੇ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਜੇ ਇਹ ਸਰੀਰ ਸਾਨੂੰ ਮਿਲਿਆ ਹੈ ਤੇ ਇਹ ਫਿਰ ਕਿਸ ਮਕਸਦ ਦੇ ਲਈ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸਾਨੂੰ ਰੋਜ਼ ਇਹ ਗੱਲ ਸਮਝਾਉਂਦੀ ਹੈ। ਜਦੋਂ ਆਪਾਂ ਇਹ ਮੁਬਾਰਕ ਬਚਨ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਮਾਨੁਖ ਦੇ ਹੁਰੀਆ ਦੇ ਅਰਥ ਨੇ ਇਹ ਮਨੁੱਖਾ ਸਰੀਰ, ਭਈ ਪ੍ਰਾਪਤ ਦੇ ਅਰਥ ਨੇ ਇਹ ਜੋ ਤੈਨੂੰ ਮਿਲਿਆ ਹੈ। ਸਤਿਗੁਰੂ ਜੀ ਕਹਿਣ ਲੱਗੇ ਇਹ ਜਿਹੜਾ ਮਨੁੱਖਾ ਸਰੀਰ, ਇਹ ਦੇਹ, ਇਹ ਜਿਹੜੀ ਤੈਨੂੰ ਮਿਲੀ ਹੈ ਨਾ, ਇਹ ਮਿਲੀ ਇਸ ਕਰਕੇ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਤਿਗੁਰੂ ਜੀ ਕਹਿਣ ਲੱਗੇ ਅਸਲ 'ਚ ਇਹ ਮਿਲੀ ਹੈ ਵੀ ਤੂੰ ਇਸ ਮਨੁੱਖਾ ਦੇਹੀ ਦੇ ਵਿੱਚ ਰਹਿੰਦਾ ਹੋਇਆ ਹੀ ਉਸ ਗੋਬਿੰਦ, ਉਸ ਧਰਤੀ ਦੇ ਆਸਰੇ ਪਰਮਾਤਮਾ ਨੂੰ ਮਿਲ ਸਕੇ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹੁਣ ਗੋਬਿੰਦ ਨੂੰ ਮਿਲਣਾ ਕੀ ਹੈ, ਰੱਬ ਨੂੰ ਮਿਲਣਾ ਕੀ ਹੈ। ਤੇ ਰੱਬ ਨੂੰ ਮਿਲਣ ਦਾ ਜਦੋਂ ਆਪਾਂ ਬਾਣੀ ਦੇ ਵਿੱਚੋਂ ਕਨਸੈਪਟ ਸਮਝਦੇ ਹਾਂ ਤੇ ਬਾਣੀ ਨੇ ਬੜੇ ਪਿਆਰੇ ਢੰਗ ਦੇ ਨਾਲ ਸਮਝਾਇਆ ਹੈ ਕਿ ਰੱਬੀ ਗੁਣ ਜ਼ਿੰਦਗੀ ਦੇ ਵਿੱਚ ਆ ਜਾਣੇ ਹੀ ਰੱਬ ਨੂੰ ਮਿਲਣਾ ਹੈ। ਗੁਣ ਕਹਿ ਗੁਣੀ ਸਮਾਵਣਿਆਂ ਵਾਲੀ ਗੱਲ ਜਦੋਂ ਆਪਾਂ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ, ਰੱਬੀ ਗੁਣਾਂ ਦਾ ਇਸ ਸਰੀਰ ਦੇ ਵਿੱਚ ਆ ਜਾਣਾ, ਰੱਬੀ ਗੁਣਾਂ ਦਾ ਜੋ ਪਰਮਾਤਮਾ ਦੇ ਗੁਣ ਬਾਣੀ ਨੇ ਸਾਡੇ ਸਾਹਮਣੇ ਬਿਆਨ ਕੀਤੇ ਨੇ, ਸੱਚ, ਸੰਤੋਖ, ਧੀਰਜ, ਦਇਆ, ਧਰਮ, ਕਿਰਪਾਲੁਤਾ, ਸਹਿਜ। ਹੁਣ ਇਹ ਸਾਰੇ ਗੁਣ ਇਸ ਸਰੀਰ ਦੇ ਅੰਦਰ ਆ ਜਾਣ, ਇਹੀ ਪਰਮਾਤਮਾ ਦਾ ਮਿਲਾਪ ਹੈ। ਤੇ ਇਹ ਮਿਲਾਪ ਜਿਹੜਾ ਹੈ ਇਹ ਜਿਉਂਦਿਆਂ ਜੀ ਕਰਨਾ ਹੈ, ਨਾ ਕਿ ਸਰੀਰ ਦੇ ਮਰਨ ਤੋਂ ਬਾਅਦ। ਗੁਰਮਤ ਨੇ ਕਿਤੇ ਵੀ ਇਹੋ ਜਿਹੇ ਮਿਲਾਪ ਦੀ ਗੱਲ ਨਹੀਂ ਕੀਤੀ, ਬਲਕਿ ਗੁਰਮਤ ਤਾਂ ਇਹ ਕਹਿੰਦੀ ਹੈ, ਬੇਣੀ ਕਹੈ ਸੁਨੋ ਰੇ ਸੰਤੋ ਮਰਨ ਮੁਕਤ ਕਿਨ ਪਾਈ। ਗੁਰਮਤ ਕਹਿੰਦੀ ਹੈ ਜਿਉਂਦੇ ਜੀ ਤੂੰ ਸਵਰਗ ਮਾਣ ਸਕਦਾ ਹੈ, ਜਿਉਂਦੇ ਜੀ। ਬਾਣੀ ਨੇ ਬੜੀ ਪਿਆਰੀ ਗੱਲ ਕੀਤੀ ਹੈ। ਬਾਣੀ ਕਹਿੰਦੀ ਹੈ ਉਹ ਥਾਂ ਬੈਕੁੰਠ ਹੈ, ਉਹ ਥਾਂ ਸਵਰਗ ਹੈ ਜਿੱਥੇ ਰੱਬ ਦੇ ਪਿਆਰਿਆਂ ਦਾ ਵਾਸਾ ਹੈ, ਜਿੱਥੇ ਰੱਬ ਦੀ ਯਾਦ ਹੈ, ਜਿੱਥੇ ਰੱਬੀ ਗੁਣ ਆ ਕੇ ਵਸ ਜਾਂਦੇ ਨੇ, ਜਿੱਥੇ ਸੱਚਾ ਗਿਆਨ ਆ ਕੇ ਵਸ ਜਾਂਦਾ ਹੈ, ਜਿੱਥੇ ਉਹ ਸੱਚ ਦੀ ਸਿਫਤ ਸਲਾਹ, ਜਿੱਥੇ ਸੱਚ ਦੀ ਗੱਲ ਆ ਕਰਕੇ ਵਸ ਜਾਂਦੀ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ ਇਹ ਮਨੁੱਖਾ ਜਨਮ ਦਾ ਮਕਸਦ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਆਹ ਮਨੁੱਖਾ ਜਨਮ ਦਾ ਪ੍ਰਯੋਜਨ ਹੈ, ਆਹ ਮਕਸਦ ਹੈ। ਇੱਥੇ ਹੀ ਬਸ ਨਹੀਂ, ਬਾਣੀ ਦੇ ਵਿੱਚੋਂ ਆਪਾਂ ਇੱਕ ਦੋ ਪੰਕਤੀਆਂ ਦੀ ਸਾਂਝ ਹੋਰ ਪਾ ਲਈਏ ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਮਨੁੱਖਾ ਜਨਮ ਦਾ ਮਕਸਦ ਇਹ ਹੈ, ਜਾ ਕੇ ਸੰਗ ਤੇ ਵਿਛਰਾ ਤਾਹੀ ਕੇ ਸੰਗ ਲਾਭ। ਤੇਰੇ ਮਨੁੱਖਾ ਜਨਮ ਦਾ ਮਕਸਦ ਇਹ ਹੈ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਤੂੰ ਉਸ ਪਰਮਾਤਮਾ ਦੇ ਨਾਲ ਇਸ ਤਰ੍ਹਾਂ ਲੀਨ ਹੋ ਜਾ, ਇਸ ਤਰ੍ਹਾਂ ਅਭੇਦ ਹੋ ਜਾ, ਜਿਉਂਦੇ ਜੀ ਗੁਣਾ ਕਰਕੇ, ਜਿਵੇਂ ਇੱਕ ਪਾਣੀ ਦੂਸਰੇ ਪਾਣੀ ਦੇ ਵਿੱਚ ਅਭੇਦ ਹੋ ਜਾਂਦਾ। ਜਿਵੇਂ ਮੰਨ ਕੇ ਚਲੋ ਵੀ ਕਿਸੇ ਨਦੀ ਦਾ ਪਾਣੀ ਕਿਸੇ ਦਰਿਆ ਦੇ ਪਾਣੀ ਦੇ ਵਿੱਚ ਜਾਂ ਕਿਸੇ ਸਮੁੰਦਰ ਦੇ ਪਾਣੀ ਦੇ ਵਿੱਚ ਅਭੇਦ ਹੋ ਜਾਂਦਾ ਹੈ,
ਉਵੇਂ ਗੁਣਾ ਕਰਕੇ ਤੂੰ ਉਸ ਪਰਮਾਤਮਾ ਦੇ ਵਿੱਚ ਇਸ ਢੰਗ ਦੇ ਨਾਲ ਅਪੇਦ ਹੋ ਜਾ। ਸੋ ਸਤਿਗੁਰੂ ਜੀ ਨੇ ਇੱਥੇ ਤੱਕ ਬਾਣੀ ਦੇ ਵਿੱਚ ਇਹ ਬਚਨ ਕੀਤੇ ਨੇ, ਇਹ ਤੇਰੀ ਅਵਸਰ, ਇਹ ਤੇਰੀ ਵਾਰ। ਜਾਂ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਦੇ ਵਿੱਚੋਂ ਆਪਾਂ ਬਚਨ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਹੁਣ ਇਹ ਜਿਹੜਾ ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋਇਆ ਹੈ, ਇਹ ਪ੍ਰਾਪਤ ਹੋਇਆ ਹੈ ਕਿ ਤੂੰ ਉਸ ਪਰਮਾਤਮਾ ਦੇ ਨਾਲ ਅਭੇਦਤਾ ਪ੍ਰਾਪਤ ਕਰ ਸਕੇ, ਉਹਦੇ ਨਾਲ ਜਿਉਂਦੇ ਜੀ ਇਸ ਸਰੀਰ ਦੇ ਵਿੱਚ ਰਹਿ ਕਰਕੇ ਗੁਨਾਹ ਕਰਕੇ ਆਤਮਿਕ ਤੌਰ ਤੇ ਤੂੰ ਇੱਕਮਿਕ ਹੋ ਸਕੇ। ਤੇ ਜੇ ਤੂੰ ਆਪਣੇ ਇਸ ਮਕਸਦ ਦੇ ਵੱਲ ਨਹੀਂ ਵੱਧਦਾ, ਜੇ ਤੂੰ ਆਪਣੇ ਇਸ ਟੀਚੇ ਨੂੰ ਪੂਰਾ ਨਹੀਂ ਕਰਦਾ, ਜੇ ਤੂੰ ਆਪਣੇ ਇਸ ਏਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਸਮਝਦਾ, ਤੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਤੇਰੇ ਉੱਤੇ ਇੱਕ ਸਵਾਲ ਹੈ, ਫਿਰ ਸਵਾਲ ਹੈ ਤੇਰੇ ਉੱਤੇ। ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਸਵਾਲ ਸਾਡੇ ਉੱਤੇ ਕੀਤਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ। ਗੁਰੂ ਸਾਹਿਬ ਜੀ ਕਹਿਣ ਲੱਗੇ ਫਿਰ ਆ ਤੇਰੇ ਉੱਤੇ ਇੱਕ ਸਵਾਲੀਆ ਚਿੰਨ੍ਹ ਲੱਗ ਜਾਂਦਾ ਹੈ ਤੇ ਇਸ ਸਵਾਲ ਦਾ ਤੈਨੂੰ ਜਵਾਬ ਦੇਣਾ ਪੈਣਾ ਹੈ। ਤੇ ਉਹ ਸਵਾਲੀਆ ਚਿੰਨ੍ਹ ਜਿਹੜਾ ਲੱਗਾ ਹੈ, ਉਹ ਸਵਾਲ ਕਿਹੜਾ ਤੇਰੇ ਉੱਤੇ ਖੜਾ ਹੋਇਆ ਹੈ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੇ। ਗੁਰੂ ਸਾਹਿਬ ਜੀ ਆਪਣੇ ਆਪ ਨੂੰ ਵਿੱਚ ਰੱਖ ਕੇ ਸਾਨੂੰ ਸਾਰਿਆਂ ਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਸਾਧ ਸੰਗਤ ਜੀ, ਜਦੋਂ ਇਸ ਪੌੜੀ ਦਾ ਪਾਠ ਆਪਾਂ ਕਰਾਂਗੇ, ਜਦੋਂ ਅਸੀਂ ਇਸ ਪੌੜੀ ਨੂੰ ਸਮਝਣ ਦੇ ਲਈ ਬੈਠਾਂਗੇ ਤੇ ਅਸੀਂ ਆਪਣੇ ਸਰੀਰ ਨੂੰ ਫਿਰ ਇਹ ਸਵਾਲ ਕਰਨਾ ਹੈ ਵੀ ਹੇ ਮੇਰਿਆ ਸਰੀਰਾ, ਇਸ ਸੰਸਾਰ ਦੇ ਵਿੱਚ ਆ ਕੇ ਤੂੰ ਹੋਰ ਕਰਮ ਬੜੇ ਕੀਤੇ। ਵੇਖੋ ਸਰੀਰ ਕਰਕੇ ਬੰਦਾ ਕਿੰਨੇ ਕਰਮ ਕਰਦਾ ਹੈ, ਜਿਹਨੂੰ ਹੁਣੇ ਆਪਾਂ ਸਮਝਣ ਦਾ ਯਤਨ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ। ਅਵਰ ਕਾਜ ਦੇ ਅਰਥ ਇੱਥੇ ਨੇ ਵੀ ਇੱਕ ਪਰਮਾਤਮਾ ਦੇ ਨਾਮ ਨੂੰ ਜਪਣ ਦਾ ਕੰਮ ਛੱਡ ਕੇ ਹੋਰ ਬੜੇ ਕਰਮ ਜਿਹੜੇ ਸਨ ਉਹ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ। ਬਹੁਤ ਇਸ ਸਰੀਰ ਦੇ ਨਾਲ ਕਰਮ ਕਰਦਾ ਰਿਹਾ। ਬਾਣੀ ਨੇ ਇਸ ਢੰਗ ਦੇ ਨਾਲ ਵੀ ਬਿਆਨ ਕੀਤਾ ਹੈ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਸਤਿਗੁਰੂ ਜੀ ਕਹਿਣ ਲੱਗੇ ਬੜੇ ਆਹਰ ਕਰਦਾ ਇਸ ਸਰੀਰ ਦੇ ਨਾਲ, ਪਰ ਇਸ ਮਨੁੱਖ ਦੇ ਕੋਲ ਜੇ ਆਹਰ ਨਹੀਂ ਹੁੰਦਾ ਤੇ ਕੇਵਲ ਇੱਕ ਆਹਰ, ਉਹ ਹੈ ਪਰਮਾਤਮਾ ਨੂੰ ਨਾਮ, ਪਰਮਾਤਮਾ ਦੇ ਨਾਮ ਨੂੰ ਜਪਣ ਦਾ ਆਹਰ। ਉਹ ਆਹਰ ਹੈ ਰੱਬੀ ਗੁਣਾ ਨੂੰ ਆਪਣੇ ਅੰਦਰ ਵਸਾਉਣ ਦਾ ਆਹਰ। ਸਤਿਗੁਰੂ ਜੀ ਕਹਿਣ ਲੱਗੇ ਇਹ ਆਹਰ ਮਨੁੱਖ ਨਹੀਂ ਕਰ ਪਾਉਂਦਾ। ਸੋ ਸਤਿਗੁਰੂ ਜੀ ਨੇ ਸਵਾਲ ਸਾਡੇ ਸਰੀਰ ਦੇ ਉੱਤੇ ਕੀਤਾ ਹੈ ਤੇ ਸਾਨੂੰ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਹੈ ਕਿ ਇਸ ਸਰੀਰ ਨੂੰ ਸਾਰੀ ਉਮਰ ਮੰਨਣ ਵਾਲਿਆ, ਸਾਰੀ ਉਮਰ ਇਸ ਸਰੀਰ ਨੂੰ ਹੰਢਾਉਣ ਵਾਲਿਆ, ਬਲਕਿ ਬਾਣੀ ਤਾਂ ਇੱਥੋਂ ਤੱਕ ਸਾਡੇ ਸਾਹਮਣੇ ਇਹ ਬਿਆਨ ਕਰ ਰਹੀ ਹੈ ਵੀ ਤੂੰ ਸਰੀਰ ਨੂੰ ਇੰਨਾ ਕੁ ਹੰਢਾਇਆ, ਖਾਂਦਿਆਂ ਖਾਂਦਿਆਂ ਮੂੰਹ ਘੱਠਾ, ਪੈ ਨੰਦਿਆਂ ਸਭ ਅੰਗ। ਸਤਿਗੁਰੂ ਜੀ ਕਹਿਣ ਲੱਗੇ ਵੀ ਇੰਨਾ ਕੁ ਤੂੰ ਯੂਜ਼ ਕਰ ਲਿਆ ਇਸ ਸਰੀਰ ਨੂੰ ਜਿਹੜਾ ਪਰਮਾਤਮਾ ਨੇ ਤੈਨੂੰ ਦਿੱਤਾ ਸੀ ਕਿਸੇ ਮਕਸਦ ਦੇ ਲਈ, ਕਿਸੇ ਏਮ ਦੇ ਲਈ। ਤੇ ਸਤਿਗੁਰੂ ਜੀ ਕਹਿਣ ਲੱਗੇ ਇੰਨਾ ਕੁ ਤੂੰ ਯੂਜ਼ ਕਰ ਲਿਆ ਵੀ ਖਾਂਦਿਆਂ ਖਾਂਦਿਆਂ ਜਿਹੜਾ ਹੈ ਮੂੰਹ ਘੱਠਾ, ਤੇਰੇ ਦੰਦ ਟੁੱਟ ਗਏ ਨੇ, ਜੀਭ ਦਾ ਸਵਾਦ ਜਿਹੜਾ ਹੈ ਉਹ ਚਲਾ ਗਿਆ ਹੈ, ਪੈ ਨੰਦਿਆਂ ਸਭ ਅੰਗ, ਤੇ ਸਰੀਰ ਦੇ ਉੱਤੇ ਪਾਉਂਦਿਆਂ ਪਾਉਂਦਿਆਂ ਸਾਰੇ ਅੰਗ ਜਿਹੜੇ ਨੇ ਉਹ ਖਤਮ ਹੋ ਚੱਲੇ ਨੇ। ਕਹਿਣ ਤੋਂ ਭਾਵੇਂ ਵੀ ਜਿਹੜਾ ਕੱਪੜਾ ਬਚਪਨ 'ਚ ਪਾਉਂਦਾ ਸੀ ਉਹ ਜਵਾਨੀ 'ਚ ਨਹੀਂ ਆ ਰਿਹਾ, ਤੇ ਜਿਹੜਾ ਜਵਾਨੀ 'ਚ ਪਾਉਂਦਾ ਸੀ ਉਹ ਹੁਣ ਬੁਢੇਪੇ ਦੇ ਵਿੱਚ ਨਹੀਂ ਆ ਰਿਹਾ। ਸਤਿਗੁਰੂ ਜੀ ਕਹਿਣ ਲੱਗੇ ਸਰੀਰ ਦੀ ਇੰਨੀ ਕੁ ਵਰਤੋਂ ਕੀਤੀ, ਪਰ ਨਾਲ ਹੀ ਗੁਰੂ ਸਾਹਿਬ ਜੀ ਨੇ ਅੱਗੇ ਬੜੀ ਪਿਆਰੀ ਗੱਲ ਕਹੀ ਹੈ। ਇਸ ਗੱਲ ਨੂੰ ਸਮਝਣ ਦਾ ਯਤਨ ਕਰਨਾ ਹੈ। ਸਤਿਗੁਰੂ ਜੀ ਕਹਿਣ ਲੱਗੇ ਕੋਈ ਸ਼ੱਕ ਨਹੀਂ, ਖਾਂਦਿਆਂ ਖਾਂਦਿਆਂ ਮੂੰਹ ਘੱਠਾ, ਪੈ ਨੰਦਿਆਂ ਸਭ ਅੰਗ, ਧ੍ਰਿਗ ਤਿਨਾ ਕਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਸਤਿਗੁਰੂ ਜੀ ਕਹਿਣ ਲੱਗੇ
ਉਹਨਾਂ ਦਾ ਇਹੋ ਜਿਹਾ ਜਿਉਣਾ ਜਿਹੜਾ ਹੈ ਉਹ ਤ੍ਰਿਗ ਹੈ, ਫਿਟਕਾਰਯੋਗ ਹੈ, ਜੇ ਉਸ ਸੱਚੇ ਪਰਮਾਤਮਾ ਦੇ ਨਾਲ ਪਿਆਰ ਨਹੀਂ ਬਣਿਆ। ਜੇ ਇਸ ਮਨੁੱਖਾ ਸਰੀਰ ਨੂੰ ਪ੍ਰਾਪਤ ਕਰਕੇ ਜੇ ਮਨੁੱਖ ਨੇ ਆਪਣੇ ਇਸ ਮਨੁੱਖਾ ਸਰੀਰ ਦੇ ਮਕਸਦ ਨੂੰ ਭੁਲਾ ਛੱਡਿਆ ਹੈ ਤੇ ਉਸ ਭੁੱਲਣ ਦਾ ਸਦਕਾ ਇਹਦਾ ਪਿਆਰ ਉਸ ਸੱਚ ਪਰਮਾਤਮਾ ਦੇ ਨਾਲ ਨਹੀਂ ਬਣਿਆ, ਤੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਇਹੋ ਜਿਹਾ ਜਿਉਣਾ ਜਿਹੜਾ ਹੈ ਤ੍ਰਿਗ ਹੈ। ਆਪਾਂ ਬਚਨ ਪੜ੍ਹਦੇ ਹਾਂ ਨਾ, ਸਤਿਗੁਰੂ ਜੀ ਦੀ ਬਾਣੀ ਦਾ ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗੰਤ ਬਾਂਧੋ ਸੁਤ ਬੰਧ ਪੈ। ਸੋ ਸਤਿਗੁਰੂ ਜੀ ਕਹਿਣ ਲੱਗੇ ਇਹੋ ਜਿਹਾ ਪਿਆਰ ਜਿਹੜਾ ਹੈ ਉਹ ਤ੍ਰਿਗ ਹੈ, ਫਿਟਕਾਰਯੋਗ ਹੈ, ਤਿਆਗਣਯੋਗ ਹੈ। ਗੁਰੂ ਸਾਹਿਬ ਜੀ ਨੇ ਸਵਾਲ ਕੀਤਾ, ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ। ਸਤਿਗੁਰੂ ਜੀ ਕਹਿਣ ਲੱਗੇ ਵੇਖ ਹੇ ਮੇਰਿਆ ਸਰੀਰਾ, ਇਸ ਸੰਸਾਰ ਦੇ ਵਿੱਚ ਆ ਕਰਕੇ ਤੂੰ ਹੋਰ ਬੜੇ ਕਰਮ ਕੀਤੇ। ਕਿਆ ਤੁਧ ਕਰਮ ਕਮਾਇਆ ਦਾ ਅਰਥ ਹੈ ਵੀ ਤੂੰ ਹੋਰ ਕਰਮ ਕੀਤੇ, ਜਾਂ ਤੂੰ ਕਿਹੜਾ ਇਹੋ ਜਿਹਾ ਕਰਮ ਕੀਤਾ ਵੀ ਜਿਸ ਕਰਮ ਦੇ ਨਾਲ ਤੂੰ ਆਪਣੇ ਮਕਸਦ ਵੱਲ ਵੱਧ ਸਕੇ, ਵੀ ਜਿਹੜਾ ਤੇਰਾ ਏਮ ਹੈ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੂੰ ਇਹੋ ਜਿਹਾ ਕਿਹੜਾ ਕਰਮ ਕੀਤਾ ਵੀ ਤੂੰ ਕਹਿ ਸਕੇ ਵੀ ਮੈਂ ਆਪਣੇ ਇਸ ਏਮ ਦੇ ਵੱਲ ਜਾ ਰਿਹਾ ਵਾਂ। ਸਤਿਗੁਰੂ ਜੀ ਕਹਿਣ ਲੱਗੇ ਇਸ ਸਰੀਰ ਦੇ ਨਾਲ ਤੂੰ ਇਹੋ ਜਿਹਾ ਕੋਈ ਵੀ ਕਰਮ ਨਹੀਂ ਕੀਤਾ, ਬਲਕਿ ਤੂੰ ਜਿੰਨੇ ਵੀ ਕਰਮ ਕੀਤੇ ਨੇ ਸਰੀਰ ਦੇ ਨਾਲ ਸਾਰੇ ਇਸ ਜੀਵਨ ਨੂੰ ਰਸਾਤਲ ਦੇ ਵਿੱਚ ਲਿਜਾਣ ਵਾਲੇ ਕੀਤੇ ਨੇ, ਇਸ ਜੀਵਨ ਨੂੰ ਖੁਆਰ ਕਰਨ ਵਾਲੇ ਕੀਤੇ ਨੇ। ਸੋ ਸਤਿਗੁਰੂ ਜੀ ਕਹਿੰਦੇ ਨੇ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ, ਕੈ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ। ਸਤਿਗੁਰੂ ਜੀ ਕਹਿਣ ਲੱਗੇ ਸਰੀਰਾ ਵੇਖ ਤੂੰ ਜਦੋਂ ਦਾ ਇਸ ਸੰਸਾਰ ਤੇ ਆਇਆ ਹੈ ਤੂੰ ਕਿਹੜਾ ਕਰਮ ਕਮਾਇਆ ਹੈ। ਹੋਰ ਕੰਮ ਤੂੰ ਸਾਰੇ ਕਰਦਾ ਰਿਹਾ, ਪਰ ਉਹ ਕਿਹੜਾ ਕਰਮ ਕਮਾਇਆ ਜਿਹੜੇ ਕਰਮ ਨੂੰ ਕਰਨ ਦੇ ਨਾਲ ਤੇਰੀ ਤੇ ਉਸ ਪਰਮਾਤਮਾ ਦੀ ਇੱਕ ਮਿਕਤਾ ਹੋ ਜਾਂਦੀ। ਜਿਹੜੀ ਆਪਾਂ ਗੱਲ ਕਹੀ ਹੈ ਨਾਨਕ ਲੀਨ ਭਇਓ ਸੋ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਤੇਰੀ ਤੇ ਉਸ ਪਰਮਾਤਮਾ ਦੀ ਇੱਕ ਸੁਰਤਾ ਬਣ ਜਾਂਦੀ, ਅਭੇਦਤਾ ਹੋ ਜਾਂਦੀ। ਤੂੰ ਇਹੋ ਜਿਹਾ ਕਿਹੜਾ ਕਰਮ ਕੀਤਾ। ਬਾਕੀ ਬੜੇ ਕਰਮ ਕੀਤੇ ਨੇ। ਤੇ ਸਾਧ ਸੰਗਤ ਜੀ ਮੈਂ ਬੇਨਤੀ ਕਰਾਂ ਅਸੀਂ ਵੀ ਆਪਣੇ ਆਪ ਦੇ ਉੱਤੇ ਇਹ ਸਵਾਲੀਆ ਚਿੰਨ੍ਹ ਖੜਾ ਕਰੀਏ, ਪੁੱਛੀਏ, ਕਿਉਂਕਿ ਸਾਨੂੰ ਸਭਨਾਂ ਨੂੰ ਪਤਾ ਹੈ ਆਪਣੇ ਅੰਦਰ ਦੇ ਬਾਰੇ ਵੀ ਮੈਂ ਕਿਹੜੇ ਕਰਮ ਕਰ ਰਿਹਾ ਤੇ ਕਿਹੜੇ ਨਹੀਂ ਕਰ ਰਿਹਾ। ਬਾਹਰ ਖਿਮਾ ਕਰਨਾ ਅਸੀਂ ਕਿਸੇ ਦੇ ਭੁਲੇਖਾ ਪਾ ਸਕਦੇ ਹਾਂ, ਕਿਸੇ ਨੂੰ ਭਰਮ ਦੇ ਵਿੱਚ ਪਾ ਸਕਦੇ ਹਾਂ ਆਪਣੇ ਕੰਮਾਂ ਦੇ ਰਾਹੀਂ, ਪਰ ਸਾਡੇ ਅੰਦਰ ਸਾਨੂੰ ਸਭ ਨੂੰ ਪਤਾ ਵੀ ਸਾਡੇ ਕਰਮ ਕਿਹੋ ਜਿਹੇ ਨੇ। ਸੋ ਸਤਿਗੁਰੂ ਜੀ ਕਹਿੰਦੇ ਨੇ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ। ਤੂੰ ਇਹੋ ਜਿਹਾ ਕਿਹੜਾ ਕਰਮ ਕੀਤਾ ਜਦੋਂ ਦਾ ਤੂੰ ਸੰਸਾਰ ਦੇ ਵਿੱਚ ਇਸ ਮਨੁੱਖਾ ਜਨਮ ਨੂੰ ਲੈ ਕੇ ਆਇਆ ਹੈ। ਬਲਕਿ ਗੁਰੂ ਸਾਹਿਬ ਜੀ ਨੇ ਅਗਲੀ ਸੱਚਾਈ ਬਿਆਨ ਕੀਤੀ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਆਪਣੀ ਮੰਜ਼ਿਲ ਵੱਲ ਵਧਣ ਦਾ ਤੇ ਤੂੰ ਕਿਹੜਾ ਕਰਮ ਕਰਨਾ ਸੀ। ਤੂੰ ਤਾਂ ਭਲਿਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਤੂੰ ਆਪਣੇ ਉਸ ਏਮ ਵੱਲ ਵਧਣ ਦੇ ਤਾਂ ਕੀ ਯਤਨ ਕਰਨੇ ਸਨ। ਸਤਿਗੁਰੂ ਜੀ ਕਹਿ ਲੱਗੇ ਤੂੰ ਤਾਂ ਉਸ ਤੋਂ ਵੀ ਥੱਲੇ ਆ ਗਿਆ, ਤੇਰਾ ਮਿਆਰ ਤਾਂ ਬਹੁਤ ਨੀਵਾਂ ਹੋ ਗਿਆ। ਇੰਨਾ ਕੁ ਨੀਵਾਂ ਹੋ ਗਿਆ ਵੀ ਜਿਸ ਪਰਮਾਤਮਾ ਨੇ ਤੈਨੂੰ ਬਣਾਇਆ, ਤੇਰੀ ਸਿਰਜਣਾ ਕੀਤੀ, ਜਿਸ ਪਰਮਾਤਮਾ ਨੇ ਜਿਹਦੇ ਬਾਰੇ ਆਪਾਂ ਪੜ੍ਹਦੇ ਹਾਂ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਸਤਿਗੁਰੂ ਜੀ ਕਹਿਣ ਲੱਗੇ ਜਿਸ ਪਰਮਾਤਮਾ ਨੇ ਤੇਰਾ ਰਚਨ ਰਚਿਆ ਹੈ ਤੂੰ ਉਸ ਪਰਮਾਤਮਾ ਨੂੰ ਹੀ ਮਨ 'ਚ ਨਹੀਂ ਵਸਾਇਆ, ਉਹਨੂੰ ਹੀ ਤੂੰ ਆਪਣੇ ਜੀਵਨ ਦੇ ਵਿੱਚੋਂ ਵਿਸਾਰ ਦਿੱਤਾ, ਭੁਲਾ ਦਿੱਤਾ। ਹਾਲਾਂਕਿ ਬਾਣੀ ਨੇ ਬੜੀ ਪਿਆਰੀ ਗੱਲ ਕਹੀ ਹੈ। ਬਾਣੀ ਕਹਿੰਦੀ ਹੈ ਤੇਰਾ ਫਰਜ਼ ਇਹ ਬਣਦਾ ਸੀ, ਤੇਰੀ ਡਿਊਟੀ ਇਹ ਬਣਦੀ ਸੀ, ਕਿਉਂਕਿ ਉਸ ਪਰਮਾਤਮਾ ਦੇ ਫਰਜ਼ਾਂ ਦਾ ਵੀ ਬਾਣੀ ਨੇ ਜ਼ਿਕਰ ਕੀਤਾ ਹੈ ਵੀ ਉਹ ਪਰਮਾਤਮਾ ਦੇ ਫਰਜ਼ ਜਿਹੜੇ ਨੇ ਉਹ ਪਰਮਾਤਮਾ ਦੇ ਆਹ ਫਰਜ਼ ਨੇ ਤੇ ਬੰਦਿਆ ਤੇਰਾ ਆਹ ਫਰਜ਼ ਬਣਦਾ ਸੀ। ਹੁਣ ਰੱਬ ਦੇ ਕੀ ਫਰਜ਼ ਨੇ ਤੇ ਖਿਮਾ ਕਰਨਾ, ਪਰਮਾਤਮਾ ਆਪਣੇ ਫਰਜ਼ ਸਾਰੇ ਨਿਭਾ ਰਿਹਾ ਹੈ, ਸਾਰੇ ਫਰਜ਼। ਤੁਸੀਂ ਵੇਖੋ ਵੀ ਆਪਾਂ ਗੁਰੂ
अर्जन साहब जी का बचन पढ़ते हैं, रमैया के गुण चेत प्रानी, कवन मूल ते कवन दृष्टानी, जिन तू साज सवार शिंगारिया, गर्भ अगन में जिन्हें उबारिया, बार व्यवस्था तुझे प्यारे, दूध भार जोबन भोजन सुख सूद, बिरद प्या ऊपर साख सैन, मुख प्याओ बैठ को दैन। हुण ये रब दे सारे फर्ज सन, परमात्मा निभा रहा है, परमात्मा अपने फर्ज निभा रहे है। तुम दाते ठाकुर प्रतिपालक नायक, खसम हमारे, निमख निमख तुम ही प्रतिपालो, हम बारक तुमरे तारे। हुण जिहड़ी मैं बाणी दी सांझ आप जी दे नाल पाउण लगा सां, सतगुरु जी कहंदे ने वेखो रब दे आ फर्ज ने ते वो निभा रहा है। आपां बचन पढ़दे हां, मेहरबान साहिब मेरा मेहरबान, साहिब मेरा मेहरबान, जी सगल को दे दान, तू काहे डोले प्राणियां, तुद राखेगा सिरजनहार, जिन पैदाइश तू किया सोई दे आधार, घट घट मालक दिलां का सच्चा परवदगार, कुदरत कीम ना जानिए वड्डा वे परवाह। सतगुरु जी कह लगे आ उस परमात्मा दे फर्ज सन, मेहरबान साहिब मेहरबान, साहिब मेरा मेहरबान, जी सगल को दे दान। आ उहदे फर्ज सन भी वो सारियां नूं बख्शिशां कर रहा है। दान दे इत्थे अर्थ ने बख्शिशां, वो सारियां ते बख्शिशां कर रहा है। हुण वो परमात्मा तो अपने फर्ज निभा रहा है, तो इसे शब्द दे विच सतगुरु जी ने इस जीव के फर्ज तो भी इनू जाणू कराया भी तेरा फर्ज जिहड़ा सी वो फर्ज तो भुलिया बैठा है। तो जीव का की फर्ज सी? सतगुरु जी कह लगे कुदरत कीम ना जानिए वड्डा वे परवाह, कर बंदे तू बंदगी, कर बंदे तू बंदगी, जिचर घट में सा। सतगुरु जी कह लगे तेरा आ फर्ज सी, जिन्ना चिर तेरे सवास चलते सन ना तू ओदी बंदगी करनी सी, ओदी सिफत सलाह करनी सी, ओदे गुणां नूं गाउणा सी, ओदे नाल जुड़ के रहना सी। पर तू तो सतगुरु जी कह लगे जिन हर तेरा रचन रचिया, सो हर मन ना वसाया। तो अगे सतगुरु जी बख्शिश करते हैं, गुर प्रसादी हर मन वसिया, पूरब लिखिया पाया। अच्छा, गुरु की कृपा के नाल वो परमात्मा मन च वस सकदा। सतगुरु जी कह लगे गुरु की कृपा के नाल वो परमात्मा मन च वस सकदा है। तो किन्हां दे वसिया है? पूरब लिखिया पाया। पूरब के अर्थ ने धुर, ते धुर है अंदर, जिन्हां ने अंदरों ये लेखा लिख लिया है अपने जीवन के अंदर, जिन्हों आपां इउं कह लिए भी जिन्हों अपने इस मनुखा जन्म के मकसद का एहसास हो गया, जिन्हों ये एहसास हो गया भी मेरा फर्ज आ सी, कर बंदे तू बंदगी, जिचर घट मैं सा। जिन्हों ये एहसास हो गया बंदे बंदगी इख्तियार, जिन्हों इस गल का एहसास हो गया। सो सतगुरु जी कहते हैं पूरब लिखिया पाया। तो अखीर ते गुरु अमरदास जी महाराज कह लगे कह नानक यह शरीर परवान हुआ, जिन सतगुर स्यों चित लाया। सतगुरु जी नानक रूप होकर के ये गल आखते ने, तो गुरु अमरदास जी कहते नानक ये गल आखदा है यह शरीर परवान हुआ, भी ये शरीर परवान है, इस शरीर दा आया इस संसार ते सफला है। किहड़े शरीर दा? जिन सतगुर स्यों चित लाया, जिन्हां ने अपना चित गुरु दे नाल ला लिया है, रब्बी गुणां नूं अपने चित दे विच वसा लिया है, उस परमात्मा दी सिफत सलाह नूं वसा लिया है। नहीं तां वेखो साध संगत जी, शरीर जिहड़ा है वो नाशवंत है। बाणी ने जदों इस शरीर की गल की है तो बाणी कहती है ये शरीर नाशवंत है, ये अखीर सड़ के सवाह हो जाना है, तो सारियां दा ही ये सड़ के सवाह हो जाना है। पर उन्हां दे शरीरां दीयां गल्लां हुंदियां ने, उन्हां दीयां बातां जिहड़ियां ने दुनिया दे विच पैंदियां ने, जिन्हां ने अपने जीवन दे विच कुछ असूल पाले ने, अपने जीवन नूं सच दे उत्ते निर्धारित किया है, रब्बी गुणां नूं अपने शरीर दे अंदर वसाया है। मैं फिर बेनती करा, शरीर गुरु अर्जन साहब जी महाराज का भी सड़ के सुआह हो गया जदों जालमा ने तत्ती रेत पाई, तो शरीर दूसरे पासे जहांगीर का भी जिहड़ा सी वो धरती जदों दफनाया गया,
ਉਹ ਸੜ ਗਿਆ। ਸਰੀਰ ਜਿਹੜਾ ਸੀ ਉਹ ਸੁਲਹੀ ਖਾਨ ਦਾ ਵੀ ਸੜ ਗਿਆ ਤੇ ਸਰੀਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਵੀ ਸਾੜਿਆ ਗਿਆ। ਤਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਵੀ ਲੂਹਿਆ ਗਿਆ। ਪਰ ਦੋਵਾਂ ਦੇ ਵਿੱਚ ਫਰਕ ਹੈ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਜਿਹੜਾ ਸਰੀਰ ਹੈ, ਤਨ ਹੈ, ਉਹ ਦੁਨੀਆ ਦੇ ਲਈ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ, ਉਹ ਸਫਲ ਹੋ ਜਾਂਦਾ ਹੈ। ਤੇ ਸੁਲਹੀ ਖਾਨ ਦਾ ਜਿਹੜਾ ਸਰੀਰ ਹੈ ਉਹ ਸੜ ਕੇ ਭੱਠੇ ਦੇ ਵਿੱਚ ਸਵਾਹ ਹੋ ਜਾਂਦਾ ਹੈ। ਗੁਰੂ ਕਿਰਪਾ ਕਰੇ। ਸਤਿਗੁਰੂ ਜੀ ਜਿਹੜੀ ਗੱਲ ਸਾਨੂੰ ਸਮਝਾ ਰਹੇ ਨੇ ਵੀ ਮਨੁੱਖਾ ਸਰੀਰ ਦਾ ਜਨਮ ਦਾ ਮਕਸਦ ਇਹ ਹੈ ਕਿ ਉਸ ਪਰਮਾਤਮਾ ਦੇ ਨਾਲ ਤੇਰੀ ਜੀਵਨ ਦੀ ਸਾਂਝ ਬਣ ਜਾਵੇ, ਰੱਬੀ ਗੁਣਾਂ ਦੇ ਨਾਲ ਇੱਕ ਮਿਕਤਾ ਹੋ ਜਾਵੇ। ਤੇ ਸਤਿਗੁਰੂ ਜੀ ਕਹਿਣ ਲੱਗੇ ਉਹੀ ਸਰੀਰ ਪ੍ਰਵਾਨ ਹੈ ਜਿਹੜੇ ਸਰੀਰ ਦੇ ਵਿੱਚ ਗੁਰੂ ਦੀ ਵਿਚਾਰਧਾਰਾ ਆ ਕੇ ਵਸ ਜਾਂਦੀ ਹੈ, ਰੱਬੀ ਗੁਣ ਆ ਕੇ ਵਸ ਜਾਂਦੇ ਨੇ। ਫਿਰ ਉਹਨਾਂ ਦਾ ਇਸ ਸੰਸਾਰ ਤੇ ਆਇਆ ਸਫਲਾ ਹੁੰਦਾ ਹੈ। ਉਹਨਾਂ ਦੇ ਹੁੰਦੇ ਨੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਪਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।